22 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ। ਵੱਖ-ਵੱਖ ਪਾਰਟੀਆਂ ਦੇ ਲੀਡਰ ਆਪਣੇ ਹਲਕਿਆਂ ਦੇ ਵਿੱਚ ਕਹਿ ਸਕਦੇ ਆ ਲੋਕਾਂ ਦੇ ਨਾਲ ਜੁੜ ਰਹੇ ਨੇ। ਵੱਖ-ਵੱਖ ਤਰੀਕਿਆਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ, ਚਾਹੇ ਕੋਵਿਡ ਦੀਆਂ ਹਦਾਇਤਾਂ ਕਰਕੇ ਜਿਹੜੇ ਗੱਲਬਾਤ ਕਰ ਲੈਣੇ। ਸਾਡੇ ਨਾਲ ਸਿੱਖਿਆ ਮੰਤਰੀ ਪ੍ਰਗਟ ਸਿੰਘ ਜੀ ਮੌਜੂਦ ਨੇ। ਪ੍ਰਗਟ ਸਿੰਘ, ਸਭ ਤੋਂ ਪਹਿਲਾਂ ਲਿਵ ਇੰਡੀਆ ਨਿਊਜ਼ ਤੋਂ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਸਭ ਤੋਂ ਪਹਿਲਾ ਸਵਾਲ ਹੋਊਗਾ, ਇਸ ਵਾਰ ਦੀਆਂ ਸਿਆਸੀ ਮਾਹੌਲ ਨੂੰ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਮਾਹੌਲ ਬਹੁਤ ਬਦਲਿਆ ਲੱਗ ਰਿਹਾ ਹੈ। ਹਦਾਇਤਾਂ ਕੋਵਿਡ ਕਰਕੇ ਪੋਲੀਟੀਕਲ ਰੈਲੀਆਂ ਨਹੀਂ ਹੋ ਰਹੀਆਂ, ਕੀ ਚੱਲ ਰਿਹਾ ਹੈ? ਬਿਲਕੁਲ ਫਸਟ ਕਲਾਸ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤੀ ਸਮੱਸਿਆ ਹੈਗੀ ਜਿੱਥੋਂ ਤੱਕ ਮਾਹੌਲ ਦੀ ਗੱਲ ਹੈ, ਕਿਉਂਕਿ ਉਹ ਸਾਰੀਆਂ ਪਾਰਟੀਆਂ ਲਈ, ਕਿਉਂਕਿ ਕੋਵਿਡ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਉਹ ਸਾਰੀਆਂ ਪਾਰਟੀਆਂ ਲਈ ਇੱਕੋ ਜਿਹਾ ਹੈਗਾ। ਸੋ ਮੈਨੂੰ ਲੱਗਦਾ ਕਿ ਇਹ ਠੀਕ ਆ ਵੀ ਉੱਦਾਂ ਦਾ ਮਾਹੌਲ ਦੇਖਣ ਨੂੰ ਨਹੀਂ ਮਿਲਦਾ, ਪਰ ਮੈਨੂੰ ਲੱਗਦਾ ਕਿ ਮਿਹਨਤ ਦੀ ਹਰ ਬੰਦੇ ਨੂੰ ਜ਼ਰੂਰਤ ਹੈਗੀ ਆ, ਔਰ ਜਿਹੜੇ ਲੋਕਾਂ ਨੂੰ ਕਨਵੇ ਕਰਨ ਦੀ ਜ਼ਰੂਰਤ ਹੈਗੀ ਆ। ਲੇਕਿਨ ਅੱਜ ਕੱਲ੍ਹ ਲੋਕੀ ਅਵੇਅਰ ਵੀ ਬਹੁਤ ਹੈ, ਉਹਨਾਂ ਨੂੰ ਹਰ ਚੀਜ਼ ਦਾ ਬੇਸਿਕਲੀ ਪਤਾ ਵੀ ਹੁੰਦਾ ਕਿ ਕੌਣ ਕਿੱਥੇ ਤੇ ਕਿੱਦਾਂ ਹੈ। ਪਾਰਟੀ ਦੀ ਗੱਲ ਕੀਤੀ, ਪਾਰਟੀ 'ਚ ਕੀ ਚੱਲ ਰਿਹਾ ਸਿਸਟਮ? ਕਿਉਂਕਿ ਇੱਕ ਤਰਫਾ ਤਾਂ ਕਹਿੰਦੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਭਰਾ ਕਹਿੰਦੇ ਨੇ ਕਿ ਮੈਂ ਜਾ ਚੋਣ ਲੜਨੀ ਹੈ, ਦੂਸਰੇ ਪਾਸੇ ਨਵਤੇਜ ਸਿੰਘ ਚੀਮਾ ਹੋਰਾਂ ਦੇ ਵਿਰੋਧ 'ਚ ਕਹਿੰਦੇ ਜੀ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਨੇ, ਤੁਹਾਡੇ ਸਾਥੀ ਨੇ, ਉਹਨਾਂ ਦੇ ਸਪੁੱਤਰ ਕਹਿੰਦੇ ਅਸੀਂ ਚੋਣ ਲੜਨੀ ਹੈ। ਪਾਰਟੀ ਪ੍ਰਧਾਨ ਪੰਜਾਬ ਦੇ ਕਹਿੰਦੇ ਕਿ ਨਵਤੇਜ ਸਿੰਘ ਚੀਮਾ ਨੂੰ ਜਿਹੜਾ ਕਿ ਇੱਥੋਂ ਉਮੀਦਵਾਰ ਬਣਾਵਾਂਗੇ। ਚੱਲ ਕੀ ਰਿਹਾ ਪਾਰਟੀ ਦੇ ਵਿੱਚ? ਕੋਈ ਕੰਟਰੋਲ ਵਗੈਰਾ ਨਹੀਂ ਰਿਹਾ ਪਾਰਟੀ ਦਾ ਹੁਣ? ਕੋਈ ਇਹੋ ਜਿਹੀ ਗੱਲ ਨਹੀਂ ਹੈ। ਤੁਹਾਨੂੰ ਲੱਗਦਾ ਹੈਗਾ ਵੀ ਇਹਦੇ ਵਿੱਚ ਕੰਟਰੋਲ ਨਹੀਂ, ਕਿਉਂਕਿ ਦੇਖੋ ਕਿਤੇ ਨਾ ਕਿਤੇ ਹਰ ਘਰ ਦੇ ਵਿੱਚ ਵੀ ਮਾੜੇ ਮੋਟੇ ਤਾਂ ਡਿਫਰੈਂਸ ਆਫ ਓਪੀਨੀਅਨ ਹੁੰਦੀ ਹੈਗੀ ਆ, ਔਰ ਇਹ ਡਿਫਰੈਂਸ ਆਫ ਓਪੀਨੀਅਨ ਜਿਹੜੀ ਆ ਉਹ ਇਹਨੂੰ ਸੈਟਲ ਕਰ ਲਿਆ ਜਾਊਗਾ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਕਈ ਵਾਰੀ ਲੀਡਰਸ ਦੀ ਆਪਣੀ ਥਾਟ ਪ੍ਰੋਸੈਸ ਹੁੰਦੀ। ਸਾਨੂੰ ਨਹੀਂ ਲੱਗ ਰਿਹਾ ਕਿ ਪਾਰਟੀ 'ਚ ਸਭ ਕੁਝ ਸਹੀ ਨਹੀਂ ਚੱਲ ਰਿਹਾ। ਨਵਤੇਜ ਸਿੰਘ ਚੀਮਾ ਖੁਦ ਕਹਿ ਰਹੇ ਨੇ ਕਿ ਜੇਕਰ ਪਾਰਟੀ ਨੇ ਇਹੋ ਜਿਹਾ ਕੰਟਰੋਲ ਨਾ ਕੀਤਾ, ਕਿਉਂਕਿ ਨਵਤੇਜ ਸਿੰਘ ਚੀਮਾ ਨੂੰ ਪਾਰਟੀ ਨੂੰ ਉਤਾਰਦੇ ਨੇ, ਚੋਣ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਤਾਰਦੇ ਨੇ। ਨਵਤੇਜ ਸਿੰਘ ਚੀਮਾ ਕਹਿੰਦੇ ਨੇ ਕਿ ਜੇਕਰ ਕੰਟਰੋਲ ਨਾ ਆਉਣ ਵਾਲੇ ਦਿਨ ਦੇ ਪਾਰਟੀ ਦਾ ਲੋਕਤੰਤਰ ਜੋ ਮਰਿਆਦਾ ਉਹ ਭੰਗ ਹੋ ਜਾਵੇਗੀ। ਪਾਰਟੀ ਦੇ ਜਿਹੜੇ ਕਿ ਸੀਨੀਅਰ ਆਗੂਆਂ ਦਾ ਪਾਰਟੀ ਤੇ ਕੰਟਰੋਲ ਨਹੀਂ ਰਹਿਣਾ। ਕੋਈ ਇਹੋ ਜਿਹੀ ਗੱਲ ਨਹੀਂ, ਇਹਨੂੰ ਸੌਰਟ ਆਊਟ ਕਰ ਲਾਂਗੇ, ਕਿਉਂਕਿ ਹਰ ਬੰਦੇ ਦੀ ਇੱਕ ਡਿਫਰੈਂਸ ਆਫ ਓਪੀਨੀਅਨ ਹੁੰਦੀ ਹੈਗੀ ਆ, ਔਰ ਉਸ ਡਿਫਰੈਂਸ ਆਫ ਓਪੀਨੀਅਨ ਨੂੰ ਕਿੰਨੀ ਕੁ ਸਟਰੋਂਗ ਹੈਗੀ ਆ ਉਹਨੂੰ ਪਾਰਟੀ ਹਾਈ ਕਮਾਂਡ ਜਿਹੜੀ ਉਹ ਹੈਂਡਲ ਕਰ ਲਊਗੀ। ਕਿਸ ਤਰੀਕੇ ਨਾਲ ਹੈਂਡਲ ਹੋਊਗਾ? ਕਿਉਂਕਿ ਹੁਣ ਕੀ ਮੁੱਖ ਮੰਤਰੀ ਬਣਾਉਣਗੇ ਆਪਣੇ ਭਰਾ ਨੂੰ, ਰਾਣਾ ਗੁਰਜੀਤ ਹੋਰਾਂ ਨੂੰ ਵੀ ਮਨਾਇਆ ਜਾਊਗਾ ਕਿ ਉਹ ਆਪਦੇ ਸਪੁੱਤਰ ਨੂੰ ਮਨਾਉਣ ਕਿ ਪਾਰਟੀ ਦੇ ਉਮੀਦਵਾਰ ਦੇ ਵਿਰੁੱਧ ਨਹੀਂ ਚੋਣ ਲੜਨੀ? ਕਿਉਂਕਿ ਇਹ ਚੀਜ਼ ਜ਼ਰੂਰ ਦੇਖੀ ਜਾ ਰਹੀ ਨੇ। ਜੇਕਰ ਮੁੱਖ ਮੰਤਰੀ ਹੋਰਾਂ ਦੇ ਭਰਾ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਮੈਂ ਚੋਣ ਜਿੱਤ ਕੇ ਬੱਸੀ ਪਠਾਣਾ ਤੋਂ ਕਾਂਗਰਸ ਦੀ ਝੋਲੀ ਪਾਉਣੀ ਹੈ। ਰਾਣਾ ਗੁਰਜੀਤ ਕਹਿੰਦੇ ਕਿ ਮੈਂ ਆਪਦੇ ਸਪੁੱਤਰ ਨੂੰ ਚੋਣ ਜਿਹੜੇ ਕਿ ਲੜਾ ਰਿਹਾ ਤੇ ਜਿਤਾ ਕੇ ਕਾਂਗਰਸ ਦੀ ਝੋਲੀ ਪਾਉਣਾ। ਕੰਮ ਕਾਂਗਰਸ ਵਾਸਤੇ ਹੋ ਰਿਹਾ, ਪਰ ਵੋਟ ਬੈਂਕ ਵੀ ਕਾਂਗਰਸ ਦਾ ਦੋ ਥਾਵਾਂ ਤੇ ਡਿਵਾਈਡ ਹੋ ਰਿਹਾ। ਕਿਸ ਤਰ੍ਹਾਂ ਕੰਟਰੋਲ ਹੋਊਗਾ ਇਹ ਹੋ ਜਾਊਗਾ? ਕੋਈ ਇਹੋ ਜਿਹੀ ਗੱਲ ਨਹੀਂ। ਤੁਹਾਨੂੰ ਲੱਗਦਾ ਵੀ ਸ਼ਾਇਦ ਇਹ ਨਾ ਕੰਟਰੋਲ ਹੋਵੇ, ਪਰ ਮੈਨੂੰ ਐਂ ਲੱਗਦਾ ਵੀ ਇਹਨੂੰ ਆਰਾਮ ਨਾਲ ਕੰਟਰੋਲ ਕਰ ਲਿਆ ਜਾਊਗਾ। ਬਹੁਤ ਸਾਰੇ ਇਲਜ਼ਾਮ ਲਗਾਏ ਜਾ ਰਹੇ ਨੇ। ਇਹ ਕੱਲ ਤੁਸੀਂ ਵੀ ਦੇਖਿਆ ਹੋਣਾ, ਕਿ ਸਾਡੇ ਚੈਨਲ ਤੇ ਵੀ ਦੇਖਿਆ ਹੋਣਾ, ਇੱਕ ਦੂਜੇ ਦੇ ਮੰਤਰੀਆਂ ਜਿਹੜੇ ਰਾਣਾ ਗੁਰਜੀਤ ਨਵਤੇਜ ਸਿੰਘ ਚੀਮਾ ਤੇ ਇਲਜ਼ਾਮ ਲਗਾਉਂਦੇ ਨੇ, ਨਵਤੇਜ ਚੀਮਾ ਰਾਣਾ ਗੁਰਜੀਤ ਤੇ ਇਲਜ਼ਾਮ ਲਗਾਉਂਦੇ ਨੇ। ਮੈਣੀ ਬਹੁਤ ਹੋ ਰਹੇ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ। ਕਹਿੰਦੇ ਜੀ ਉਹ ਪਰਚੇ ਕਰਾ ਰਹੇ ਨੇ। ਨਵਤੇਜ ਸਿੰਘ ਚੀਮਾ ਕਹਿੰਦੇ ਜੀ ਜਦੋਂ ਦੇ ਰਾਣਾ ਗੁਰਜੀਤ ਕਪੂਰਥਲੇ ਆਏ ਨੇ ਨਸ਼ਾ ਬਹੁਤ ਵੱਧ ਗਿਆ। ਵਿਰੋਧੀਆਂ ਨੇ ਤਾਂ ਸਵਾਲ ਕਰਨੇ ਆ ਤੁਹਾਡੀ ਸਰਕਾਰ ਨੂੰ, ਕਿਉਂਕਿ ਸੱਤਾਧਿਰ ਸਰਕਾਰ ਸੀਗੇ, ਪਰ ਤੁਹਾਡੇ ਆਪਣੇ ਵਿਧਾਇਕ, ਆਪਣੇ ਮੰਤਰੀ ਇੱਕ ਦੂਜੇ ਨੂੰ ਸਵਾਲ ਕਰ ਰਹੇ ਨੇ ਕਿ ਜੀ ਨਸ਼ਾ ਬਹੁਤ ਵੱਧ ਚੁੱਕਿਆ, ਜਿਹੜੇ ਕਿ ਪਰਚੇ ਝੂਠੇ ਕਰਾਏ ਜਾ ਰਹੇ। ਦੇਖੋ, ਹਰ ਬੰਦੇ ਦੀ ਇੱਕ ਓਪੀਨੀਅਨ ਹੈ, ਔਰ ਉਸ ਓਪੀਨੀਅਨ ਦੇ ਵਿੱਚ ਉਹ ਲੀਡਰ ਹੀ ਜਵਾਬ ਦੇ ਸਕਦੇ ਆ। ਉਹਨਾਂ ਬਾਰੇ ਮੈਂ ਕਹਿਣਾ ਬਹੁਤਾ ਮੁਨਾਸਿਬ ਨਹੀਂ ਸਮਝਦਾ, ਲੇਕਿਨ ਇਹ ਜ਼ਰੂਰ ਹੈਗਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਲਿਆ ਜਾਊਗਾ। ਤੁਹਾਡੇ ਹਲਕੇ ਦੀ ਗੱਲ ਕਰ ਲੈਣ ਚਲੋ, ਤੁਹਾਡੇ ਨਾਲ ਹੀ ਗੱਲਬਾਤ ਕਰ ਰਹੇ ਹਾਂ ਤਾਂ ਜਲੰਧਰ ਕੈਂਟ ਦੀ ਖਾਸ ਤੌਰ ਤੇ ਗੱਲ ਕਰਦੇ ਹਾਂ। ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ। ਅਸੀਂ ਵੇਖ ਰਹੇ ਹਾਂ ਤੁਸੀਂ ਆਏ ਹੋ, ਪਿਛਲੇ ਪਿੰਡ ਵੀ ਜਿਹੜਾ ਕਿ ਚੋਣ ਪ੍ਰਚਾਰ ਕਰਕੇ ਆਏ ਹੋ, ਜਿਸ ਤਰ੍ਹਾਂ ਦੀਆਂ ਹਦਾਇਤਾਂ ਨੇ ਉਸ ਮੁਤਾਬਿਕ ਚੋਣ ਪ੍ਰਚਾਰ ਕਰ ਰਹੇ ਹੋ। ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ? ਦੇਖੋ, ਮੇਰੀ ਜਿਹੜੀ ਡਿਵੈਲਪਮੈਂਟ ਹੈਗੀ ਆ ਪਿਛਲੇ 10 ਸਾਲਾਂ ਦੀ, ਉਹ ਮੈਂ ਵਿਧੀਬੱਧ ਤਰੀਕੇ ਨਾਲ ਕਰਾਈ ਆ। ਕਿਉਂਕਿ ਜਿੱਥੇ ਜਿਹੜੀ ਚੀਜ਼ ਬੇਸਿਕ ਆਈਡੀਆ ਕੀ ਆ ਕਿ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਸੁੱਖ ਸੁਵਿਧਾ ਮਿਲਣੀਆਂ ਚਾਹੀਦੀਆਂ। ਸ਼ਹਿਰ ਦੇ ਲੋਕਾਂ ਨੂੰ ਸੜਕ, ਸੀਵਰੇਜ, ਪਾਣੀ ਤੇ ਲਾਈਟ, ਤੇ ਪੰਜਵੀਂ ਹੈਗੀ ਸਫਾਈ ਦੀ ਕਾਰਪੋਰੇਸ਼ਨ ਦੀ ਹਜੇ ਵੀ ਸਾਡੀ ਕੰਪਲੇਂਟ ਹੈਗੀ ਆ। ਇਹਦੇ 'ਚ ਕੋਈ ਦੋਰਾਵਾ ਨਹੀਂ। ਇਹਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਉਹਨੂੰ ਠੀਕ ਕਰਾਂਗੇ। ਇਹਦੀ ਜਿਹੜੀ ਗ੍ਰੀਨ ਬੈਲਟ ਆ ਉਹਨੂੰ ਵਧਾਵਾਂਗੇ। ਲੇਕਿਨ ਤੁਸੀਂ ਦੇਖ ਰਹੇ ਹੋਵੋਗੇ ਕਿ ਮੇਰੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਆ।
ਖਾਸ ਕਰਕੇ ਸਾਡੀ ਜਿਹੜੀ ਇਹ 66 ਫੁੱਟ ਰੋਡ ਹੈਗੀ ਆ, ਇੱਕ ਗੰਦਾ ਨਾਲਾ ਹੈਗਾ ਜਿਹਦੇ ਤੇ ਲਗਭਗ 100 ਕਰੋੜ ਰੁਪਈਆ ਲੱਗ ਰਿਹਾ। ਜਿਹੜੇ 11 ਪਿੰਡ ਸ਼ਹਿਰ ਦੇ ਵਿੱਚ ਆਏ ਆ ਉਹਦੇ ਵਿੱਚ ਆਲਮੋਸਟ 95% ਜਾਂ 98% ਜਿਹੜਾ ਸੀਵਰੇਜ ਮੁਕੰਮਲ ਹੋ ਚੁੱਕਿਆ। ਸੋ ਇਹ ਜਿਹੜੀਆਂ ਸੁਵਿਧਾਵਾਂ ਹੈਗੀਆਂ ਇਹ ਸਾਰੇ ਆਮ ਜਿਹੜੇ ਲੋਕ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਲਰੇਡੀ ਮਿਲ ਰਹੀਆਂ ਹੈਗੀਆਂ। ਔਰ ਉਹਦੇ ਨਾਲ ਨਾਲ ਜਿਹੜੇ ਅਸੀਂ 17 ਪਿੰਡਾਂ ਦੇ ਵਿੱਚ ਸਪੋਰਟਸ ਪਾਰਕ ਬਣਾ ਰਹੇ ਹਾਂ ਤਾਂ ਕਿ ਉੱਥੇ ਸਪੋਰਟਸ ਦਾ ਮਾਹੌਲ ਡਿਵੈਲਪ ਹੋਵੇ, ਉੱਥੇ ਨਰੋਈ ਸਿਹਤ ਅਤੇ ਨਰੋਈ ਸੋਚ ਦਾ ਜਿਹੜਾ ਕਿਤੇ ਨਾ ਕਿਤੇ ਉਹ ਡਿਵੈਲਪ ਹੋਵੇ। ਔਰ 2 ਕਰੋੜ ਰੁਪਈਆ ਲਗਭਗ ਮੈਂ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਜਿਹੜਾ ਉਹ ਰੀਸੈਂਟਲੀ ਜਿਹੜਾ ਦਿੱਤਾ ਹੈਗਾ ਵੀ ਤਾਂ ਕਿ ਕਿਤੇ ਕੋਈ ਲੈਬ ਬਣਨ ਵਾਲੀ ਜਾਂ ਕਿਤੇ ਕੋਈ ਹੋਰ ਕਮਰੇ ਬਣਨ ਵਾਲੇ ਹੈਗੇ ਆ ਤਾਂ ਕਿ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਅਸੀਂ ਬਿਹਤਰ ਜਿਹੜੀਆਂ ਸੁਵਿਧਾਵਾਂ ਦੇ ਸਕੀਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਦਲਿਆ ਗਿਆ, ਕਿਤੇ ਨਾ ਕਿਤੇ ਕੁਝ ਗੱਲਾਂ ਜ਼ਰੂਰ ਆਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤਾਂ ਬਦਲਣਾ ਪੈ ਰਿਹਾ ਕਿ ਜੋ ਵਾਅਦੇ ਕੀਤੇ ਸਨ ਉਹ ਨਹੀਂ ਪੂਰੇ ਹੋਏ। ਅਫਸਰਸ਼ਾਹੀ ਦੀ ਖਾਸ ਤੌਰ ਤੇ ਗੱਲ ਹੁੰਦੀ ਸੀਗੀ। ਹੁਣ 5 ਸਾਲ ਦਾ ਕਾਰਜਕਾਲ ਲੈ ਕੇ ਚੱਲ ਰਹੇ ਹੋ ਜਾਂ 111 ਦਿਨ ਦਾ ਕਾਰਜਕਾਲ? ਦੇਖੋ, ਰਿਪੋਰਟ ਕਾਰਡ ਤਾਂ ਸਾਨੂੰ ਬੇਸਿਕਲੀ 5 ਸਾਲ ਦਾ ਹੀ ਨੈਚੁਰਲੀ ਲੋਕਾਂ ਨੇ ਪੁੱਛਣਾ, ਪਰ ਮੈਂ ਜਿਹੜੀ ਗੱਲ, ਕਿਉਂਕਿ ਮੇਰੇ ਬਾਰੇ ਸਭ ਨੂੰ ਪਤਾ ਹੈਗਾ ਵੀ ਮੇਰਾ ਤਾਂ 111 ਦਿਨਾਂ ਦਾ ਹੀ ਆ, ਕਿਉਂਕਿ ਪਹਿਲਾਂ ਤਾਂ ਮੈਂ ਵੀ ਓਪੋਜੀਸ਼ਨ ਵਾਂਗ ਹੀ ਫੀਲ ਕਰਦਾ ਸੀ ਆਪਣੇ ਆਪ ਨੂੰ। ਯਾਨੀ ਕਿ ਪਹਿਲਾਂ ਗੱਲਬਾਤ ਨਹੀਂ ਸੁਣੀ ਜਾਂਦੀ ਸੀ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਸਨ? ਨਹੀਂ ਸੁਣਦੇ ਸੀਗੇ, ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ। ਲੜਾਈ ਕਾਹਦੀ ਸੀ? ਲੜਾਈ ਇਸ਼ੂਜ਼ ਦੀ ਸੀ, ਔਰ ਉਹਨਾਂ ਇਸ਼ੂਜ਼ ਦੀ ਲੜਾਈ ਤੇ ਮੈਂ ਹਮੇਸ਼ਾ ਖੜਾ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜਾ ਰਹਿਣਾ। ਅਫਸਰਸ਼ਾਹੀ ਦੀ ਬਹੁਤ ਗੱਲ ਹੁੰਦੀ ਸੀ। ਜੋ ਕੈਪਟਨ ਅਮਰਿੰਦਰ ਸਿੰਘ ਹੁੰਦੇ ਸਨ ਮੁੱਖ ਮੰਤਰੀ, ਕਹਿੰਦੇ ਜੀ ਅਫਸਰਸ਼ਾਹੀ ਇੰਨੀ ਭਾਰੀ ਹੈ ਕਿ ਇੱਕ ਵਿਧਾਇਕ ਦੀ, ਇੱਕ ਮੰਤਰੀ ਦੀ ਗੱਲ ਨਹੀਂ ਸੁਣੀ ਜਾ ਰਹੀ। ਮੁੱਖ ਮੰਤਰੀ ਉਹ ਸੁਣਦੇ ਨੇ ਜੋ ਅਫਸਰ ਕਹਿੰਦੇ ਨੇ, ਉਸ ਤੋਂ ਇਲਾਵਾ ਵਿਧਾਇਕਾਂ ਦੇ ਵੀ ਮਸਲੇ ਹੱਲ ਨਹੀਂ ਹੋ ਰਹੇ, ਅਫਸਰ ਜਿਹੜੇ ਕਿ ਭਾਰੀ ਹੋ ਰਹੇ ਨੇ। ਉਦੋਂ ਮਸਲੇ ਹੈਗੇ ਸਨ ਕਿ ਅਫਸਰਸ਼ਾਹੀ ਭਾਰੀ ਸੀ ਉਦੋਂ? ਦੇਖੋ, ਇਹ ਹਰ ਬੰਦੇ ਦਾ ਦੇਖਣ ਦਾ ਨਜ਼ਰੀਆ। ਅਫਸਰ ਜਿਹੜਾ ਆ ਉਹਨੂੰ ਤੁਹਾਨੂੰ ਲੌਜੀਕਲੀ ਜਿਹੜਾ ਕਨਵੇ ਕਰਨਾ ਪਊਗਾ, ਸਮਝਾਉਣਾ ਪਊਗਾ। ਮੈਨੂੰ ਨਹੀਂ ਅੱਜ ਤੱਕ ਇਹੋ ਜਿਹਾ ਕਦੀ ਲੱਗਿਆ ਵੀ ਅਫਸਰ ਜਿਹੜੀ ਉਹ ਗੱਲ ਨਹੀਂ ਸੁਣਦੇ। ਇਹ ਤਾਂ ਤੁਹਾਡੀ ਕੀ ਕਪੈਸਿਟੀ ਆ, ਤੁਸੀਂ ਕਿਵੇਂ ਉਹਨੂੰ ਕਨਵਿੰਸ ਕਰਦੇ ਆ, ਗੱਲ ਤਾਂ ਉੱਥੇ ਆਣ ਕੇ ਟਿਕਦੀ ਆ। ਔਰ ਮੈਨੂੰ ਨਹੀਂ ਕਦੀ ਇਹ ਮਹਿਸੂਸ ਹੋਇਆ। ਹਾਂ, ਲੇਕਿਨ ਇਹ ਕਈ ਜਿਹੜੇ ਵਿਧਾਇਕ ਆ ਉਹ ਜ਼ਰੂਰ ਕਨਵੇ ਕਰਦੇ ਸੀ। ਬਟ ਮੈਨੂੰ ਲੱਗਦਾ ਕਿ ਡੀਜੀ ਜਿਹੜਾ ਚੀਫ ਮਿਨਿਸਟਰ ਹੁੰਦਾ ਉਹ SHO ਨੂੰ ਫੋਨ ਕਰਨ ਲਈ ਨਹੀਂ ਹੁੰਦਾ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜੀ ਗੱਲ ਜੈਨੂਅਨ ਹੈਗੀ ਉਹ MLA ਜਾ ਕੇ ਕਰਵਾ ਲਵੇ ਤਾਂ ਉਹਦੇ 'ਚ ਕੀ ਪ੍ਰੋਬਲਮ ਹੈਗੀ ਆ। ਸੋ ਵਨ ਹੈਜ਼ ਟੂ ਆਪਣੀਆਂ ਜਿਹੜੀਆਂ ਉਹਦੀਆਂ ਲਿਮਿਟੇਸ਼ਨਸ ਆ, ਆਪਣੀ ਜਿਹੜੀ ਉਹਦੇ ਦਾਇਰਾ ਹੈਗਾ ਉਹਨੂੰ ਠੀਕ ਤਰ੍ਹਾਂ ਸਮਝਣ ਦੀ ਜ਼ਰੂਰਤ ਹੈਗੀ ਆ। ਭ੍ਰਿਸ਼ਟਾਚਾਰ ਹੈਗਾ ਸੀਗਾ 4.5 ਸਾਲ ਪਹਿਲਾਂ? ਨਹੀਂ, ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚੋਂ ਨਹੀਂ ਖਤਮ ਹੋਇਆ, ਅੱਜ ਵੀ ਹੈਗਾ। ਮੈਂ ਕਦੋਂ ਕਹਿਣਾ ਵੀ ਖਤਮ ਹੋ ਗਿਆ? ਕਿਉਂਕਿ ਦੁਨੀਆ ਦੇ ਉੱਤੇ ਭ੍ਰਿਸ਼ਟਾਚਾਰ ਹੈਗਾ। ਦੁਨੀਆ ਦੇ ਉੱਤੇ ਆਪਾਂ ਜੇ ਬਹੁਤ ਵੱਡੇ ਵੱਡੇ ਮੁਲਕ ਵੀ ਦੇਖੀਏ ਨਾ, ਉੱਥੇ ਵੀ ਭ੍ਰਿਸ਼ਟਾਚਾਰ ਹੈਗਾ, ਲੇਕਿਨ ਆਪਣੇ ਪਰਸੈਂਟੇਜ ਜ਼ਿਆਦਾ ਹੈਗੀ ਆ। ਇਹਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈਗੀ ਆ, ਇਹਨੂੰ ਨੱਥ ਪਾਉਣ ਦੀ ਜ਼ਰੂਰਤ ਆ, ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਅਸੀਂ ਕਈ ਚੀਜ਼ਾਂ ਠੀਕ ਕਰ ਪਾਵਾਂਗੇ। ਨਸ਼ੇ ਦੀ ਗੱਲ ਹੁੰਦੀ ਹੈ, 5 ਸਾਲ ਦੇ ਵਿੱਚ ਨਸ਼ਾ ਖਤਮ ਹੋਇਆ। ਨਸ਼ੇ ਤੋਂ ਇਲਾਵਾ ਘਰ ਘਰ ਰੋਜ਼ਗਾਰ, ਕਿਉਂਕਿ ਮੈਂ ਘਰ ਘਰ ਰੋਜ਼ਗਾਰ ਤਾਂ ਕਹਿ ਰਿਹਾ ਕਿਉਂਕਿ 17 ਦੇ ਵਿੱਚ ਪਾਰਟੀ ਦਾ ਵਾਅਦਾ ਸੀਗਾ, ਨਹੀਂ ਤਾਂ ਕਹਿਣ ਨੂੰ ਤਾਂ ਮੈਂ ਵੀ ਕਹਿ ਸਕਦਾ ਕਿ ਰੋਜ਼ਗਾਰ ਦਿੱਤਾ ਗਿਆ। ਘਰ ਘਰ ਰੋਜ਼ਗਾਰ ਤਾਂ ਕਹਿ ਰਹੇ ਕਿ 17 ਦੇ ਵਿੱਚ ਵਾਅਦਾ ਸੀਗਾ, ਬੇਰੁਜ਼ਗਾਰੀ ਭੱਤੇ ਦਾ ਵਾਅਦਾ ਸੀਗਾ, 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਦੀ ਗੱਲ ਸੀਗੀ। ਪਰ 4.5 ਸਾਲ ਬਾਅਦ ਮੁੱਖ ਮੰਤਰੀ ਬਦਲੇ ਗਏ, ਵਾਅਦਾ ਖਿਲਾਫੀ ਦੇ ਦੋਸ਼ ਲਗਾਏ ਗਏ, ਵਿਧਾਇਕਾਂ ਵੱਲੋਂ ਵੀ ਦੋਸ਼ ਲਗਾਏ ਗਏ। ਪਰ 5 ਸਾਲ ਨੂੰ ਵੇਖੀਏ ਕਿਉਂਕਿ 111 ਦਿਨ ਹੋਰ ਐਡ ਕਰ ਲਈਏ, ਪੂਰੇ 5 ਸਾਲ ਦੇ ਵਿੱਚ ਇਹ 3 ਮੁੱਦੇ ਹੱਲ ਹੋਏ ਜਾਂ ਨਹੀਂ ਹੋਏ? ਦੇਖੋ, ਜਿਹੜੀ ਗੱਲ ਨਸ਼ਿਆਂ ਦੀ ਹੈਗੀ ਆ, ਮੈਂ ਕਦੀ ਨਹੀਂ ਕਿਹਾ ਵੀ 4 ਹਫ਼ਤੇ 'ਚ ਨਸ਼ਾ ਖਤਮ ਹੋ ਸਕਦਾ। ਪਾਰਟੀ ਨੇ ਕਿਹਾ ਹੋਣਾ, ਫਿਰ ਉਹਨਾਂ ਨੂੰ ਪੁੱਛ ਲਓ ਜਾ ਕੇ। ਮੈਂ ਹਮੇਸ਼ਾ, ਮੇਰੀ ਜਿਹੜੀ ਸਟੇਟਮੈਂਟ ਹੁੰਦੀ ਆ, ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ, ਕਿਉਂਕਿ ਜਿੱਥੇ ਡਿਮਾਂਡ ਹੈਗੀ ਆ ਉੱਥੇ ਸਪਲਾਈ। ਇੱਕ ਗੱਲ ਸਮਝ ਲੈਣੀ ਚਾਹੀਦੀ ਆ ਵੀ ਸਾਨੂੰ ਉਹਦੇ 'ਤੇ ਡੈਪਥ 'ਤੇ ਗੱਲ ਕਰਨੀ ਚਾਹੀਦੀ ਆ। ਮੈਂ ਹਮੇਸ਼ਾ ਕਦੀ ਲੂਜ਼ ਗੱਲ ਨਹੀਂ ਕੀਤੀ, ਕਿਉਂਕਿ ਕਦੀ ਵੀ ਦੁਨੀਆ ਦੇ ਉੱਤੇ ਨਸ਼ਾ ਨਹੀਂ ਖਤਮ ਹੁੰਦਾ, ਲੇਕਿਨ ਐਟ ਦਾ ਸੇਮ ਟਾਈਮ ਡਿਮਾਂਡ ਤੇ ਸਪਲਾਈ, ਜਿੱਥੇ ਡਿਮਾਂਡ ਹੈਗੀ ਆ ਉੱਥੇ ਸਪਲਾਈ ਨੇ ਕਿਸੇ ਨਾ ਕਿਸੇ ਫਾਰਮੇਸ਼ਨ ਦੇ ਵਿੱਚ ਪਹੁੰਚ ਜਾਣਾ। ਸੋ ਉਹ ਡਿਮਾਂਡ ਜਿਹੜੀ ਆ ਉਹ ਘੱਟ ਕਰਨੀ ਚਾਹੀਦੀ ਆ। ਉਹਦੇ ਲਈ ਕਈ ਰੈਮਡੀਜ਼ ਹੈਗੀਆਂ, ਲੇਕਿਨ ਸਪੋਰਟਸ ਨੂੰ ਵਧਾਵਾ ਦੇਣਾ, ਯੂਥ ਨੂੰ ਅੰਗੇਜ ਕਰਨਾ। ਯੂਥ ਬੇਸਿਕਲੀ ਜਦੋਂ ਵੀ ਵਿਹਲਾ ਹੋਊਗਾ ਉਹ ਕਿਤੇ ਨਾ ਕਿਤੇ ਕਿਸੇ ਗਲਤ ਪਾਸੇ ਵੱਲ ਨੂੰ ਪ੍ਰੇਰਿਤ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਇੱਕ ਬੈਟਰ ਐਡਮਿਨਿਸਟ੍ਰੇਸ਼ਨ ਕਰਕੇ, ਇੱਕ ਦ੍ਰਿੜਤਾ ਦੀ ਐਡਮਿਨਿਸਟ੍ਰੇਸ਼ਨ ਕਰਕੇ ਹੀ ਇਹਨਾਂ ਨੂੰ ਹੌਲੀ ਹੌਲੀ ਸਮਾਜਿਕ ਤੌਰ ਤੇ ਵੀ, ਕਿਉਂਕਿ ਇਹ ਸਮਾਜਿਕ ਇਸ਼ੂ ਵੀ ਹੈਗਾ, ਸੋ ਇਹ ਦੋਨੇ ਚੀਜ਼ਾਂ ਨੂੰ ਕਲੱਬ ਕਰਕੇ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਘਰ ਘਰ ਰੋਜ਼ਗਾਰ ਦੀ ਗੱਲ ਹੋਵੇ, ਨਹੀਂ, ਉਹ ਦੇਖੋ ਜੌਬਸ ਦੀ ਪ੍ਰੋਬਲਮ ਤਾਂ ਹੈਗੀ ਆ,
ਕਿਉਂਕਿ ਮੈਂ ਹੁਣ ਬਿਲਕੁਲ ਉਹ ਆਪਾਂ ਕਹੀਏ ਵੀ ਅਥੈਂਟੀਕੇਟਡ ਕੋਈ ਡਾਟਾ ਦੇ ਦੇਵਾਂ, ਬਟ ਉਹਦੇ ਵਿੱਚ ਕਈ ਚੀਜ਼ਾਂ ਹੋਈਆਂ। ਆਪਾਂ ਰੋਜ਼ਗਾਰ ਨੂੰ ਸਿਰਫ ਸਰਕਾਰੀ ਰੋਜ਼ਗਾਰ ਹੀ ਗਿਣਦੇ ਹਾਂ, ਕਿਉਂਕਿ ਸਰਕਾਰੀ ਰੋਜ਼ਗਾਰ ਇੰਨਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਅਲਟੀਮੇਟਲੀ ਤਾਂ ਬੱਚੇ ਲਈ ਜਾਂ ਜਿਹੜੇ ਉਸ ਨੌਜਵਾਨ ਲਈ ਸਾਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀ ਜ਼ਰੂਰਤ ਹੈਗੀ ਆ, ਚਾਹੇ ਉਹ ਪ੍ਰਾਈਵੇਟ ਸੈਕਟਰ 'ਚ ਹੋਵੇ ਚਾਹੇ ਉਹ ਸਰਕਾਰੀ ਸੈਕਟਰ ਦੇ ਵਿੱਚ ਹੋਵੇ। ਪ੍ਰਗਟ ਸਿੰਘ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਦੇ ਨਹੀਂ ਕਿਹਾ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਹੋਊਗਾ, ਘਰ ਘਰ ਰੋਜ਼ਗਾਰ ਦੀ ਗੱਲ ਵੀ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਦਾ ਹੋ ਸਕਦਾ ਸਟੈਂਡ, ਪਾਰਟੀ ਦਾ ਮੈਨੀਫੈਸਟੋ ਵੀ ਸੀਗਾ, ਚਲੋ ਅਸੀਂ ਮੰਨਦੇ ਹਾਂ ਤੁਸੀਂ ਨਹੀਂ ਕਿਹਾ, ਪਰ ਉਸ ਟਾਈਮ ਜਦੋਂ ਮੈਨੀਫੈਸਟੋ ਰਿਲੀਜ਼ ਕੀਤਾ ਜਾ ਰਿਹਾ ਸੀਗਾ ਤੁਸੀਂ ਵੀ ਉਦੋਂ ਉਮੀਦਵਾਰ ਸੀਗੇ ਪਾਰਟੀ ਦੇ ਕਿ ਪ੍ਰਗਟ ਸਿੰਘ ਜਲੰਧਰ ਕੈਂਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ 2017 ਦੀ ਗੱਲ ਕਰਦੇ ਆ, ਉਸ ਸਮੇਂ ਕੀ ਆਵਾਜ਼ ਨਹੀਂ ਉਠਾਈ ਜਾਣੀ ਚਾਹੀਦੀ ਸੀ ਜੋ ਮੁੱਦੇ ਹੱਲ ਨਹੀਂ ਹੋ ਸਕਦੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਖਤਮ ਨਹੀਂ ਕੰਟਰੋਲ ਕੀਤਾ ਜਾ ਸਕਦਾ, ਰੋਜ਼ਗਾਰ ਸਾਰਿਆਂ ਨੂੰ ਜਿਹੜਾ ਕਿ ਸਰਕਾਰੀ ਤੌਰ ਤੇ ਨਹੀਂ ਕਿ ਪ੍ਰਾਈਵੇਟ ਖੇਤਰ ਵੱਲ ਨੂੰ ਵੀ ਉਹਨਾਂ ਲੋਕਾਂ ਨੂੰ ਅਟਰੈਕਟਿਵ ਕਰਨਾ ਚਾਹੀਦਾ, ਉਹ ਮੁੱਦੇ ਜਿਹੜੇ ਉਦੋਂ ਨਹੀਂ ਚੱਕਣੇ ਚਾਹੀਦੇ ਸੀ ਕਿ ਭਾਈ ਆਪਾਂ ਨੂੰ ਇਹ ਵਾਅਦੇ ਨਹੀਂ ਕਰਨੇ ਚਾਹੀਦੇ, ਇਹ ਵਾਅਦੇ ਚਲੋ ਆਪਾਂ ਇੱਕ ਵਾਰੀ ਕਰਕੇ ਸੱਤਾ ਦੇ ਵਿੱਚ ਜ਼ਰੂਰ ਆ ਜਾਵਾਂਗੇ, ਪਰ ਜਦੋਂ ਮਸਲਾ ਨਾ ਹੱਲ ਹੋਇਆ ਲੋਕਾਂ ਦੇ ਸਵਾਲ ਇਕੱਲੇ ਇੱਕ ਮੁੱਖ ਮੰਤਰੀ ਨੂੰ ਨਹੀਂ, ਪਾਰਟੀ ਦੇ ਜਿੰਨੇ ਵੀ ਵਿਧਾਇਕ ਜਿੰਨੇ ਵੀ ਉਮੀਦਵਾਰ ਹੋਣਗੇ ਸਾਰਿਆਂ ਨੂੰ ਹੋਣਗੇ। ਪਹਿਲੀ ਗੱਲ ਤਾਂ ਤੁਸੀਂ, ਮੈਂ ਵਿਧਾਇਕ ਹਾਂ ਤਾਂ ਹੀ ਮੈਨੂੰ ਤੁਸੀਂ ਕੁਐਸਚਨ ਕਰਦੇ ਆ, ਬਟ ਕਈ ਵਾਰੀ ਕੀ ਹੁੰਦਾ ਜਿਹੜੀ ਗੱਲ ਤੁਸੀਂ ਕਹਿੰਦੇ ਆ ਜ਼ਰੂਰੀ ਨਹੀਂ ਆ ਉਹ 100% ਪੂਰੀ ਹੁੰਦੀ। ਇਟ ਇਜ਼ ਏ ਡੈਮੋਕ੍ਰੇਸੀ। ਡੈਮੋਕ੍ਰੇਸੀ ਕੀ ਆ, ਜਦੋਂ ਆਪਾਂ ਮੀਟਿੰਗ ਕਰਦੇ ਆ, ਮੀਟਿੰਗ ਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਤੁਹਾਡੀ ਗੱਲ ਹੀ ਪੁੱਗੇ, ਉੱਥੇ ਹੋਰ ਲੋਕ ਵੀ ਬੈਠੇ ਹੁੰਦੇ ਆ। ਸੋ ਇਹ ਡੈਮੋਕ੍ਰੇਸੀ ਆ ਜਿਹਦੇ ਵਿੱਚ ਤੁਹਾਡਾ ਓਪੀਨੀਅਨ ਦੇਣਾ ਫਰਜ਼ ਬਣਦਾ ਕਿ ਮੇਰੀ ਆ ਓਪੀਨੀਅਨ ਹੈਗੀ ਆ, ਬਾਕੀ ਪਾਰਟੀ ਲੈਵਲ ਪਾਰਟੀ ਪਲੇਟਫਾਰਮ ਤੇ ਇਹ ਚੀਜ਼ਾਂ ਜਿਹੜੀਆਂ ਡਿਸਕਸ ਹੁੰਦੀਆਂ, ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਉਹ ਫਿਰ ਨੈਚੁਰਲੀ ਪਾਰਟੀ ਨੂੰ ਉਹਦਾ ਖਮਿਆਜਾ ਵੀ ਭੁਗਤਣਾ ਪੈਂਦਾ। ਇਸ ਵਾਰ ਦਾ ਮੈਨੀਫੈਸਟੋ ਕਿਹੋ ਜਿਹਾ ਹੋਊਗਾ ਜੇਕਰ ਗੱਲ ਕੀਤੀ ਜਾਵੇ? ਜੇ ਤਾਂ ਮੇਰੀ ਗੱਲ ਸੁਣੀ ਜਾਵੇ ਫਿਰ ਤਾਂ ਮੈਂ ਇਹ ਕਿਹਾ ਕਿ ਅਸੀਂ ਡਿਵਰਸੀਫਿਕੇਸ਼ਨ ਐਗਰੀਕਲਚਰ ਦੀ, ਐਜੂਕੇਸ਼ਨ ਨੂੰ ਬਿਹਤਰ ਬਣਾਉਣ ਦੀ ਗੱਲ, ਜਿਹੜੀ ਖਾਸ ਕਰਕੇ ਸਾਡੀ, ਕਿਉਂਕਿ ਡਿਵਰਸੀਫਿਕੇਸ਼ਨ ਜਿੰਨਾ ਚਿਰ ਨਹੀਂ ਹੋਊਗੀ, ਕਿਉਂਕਿ ਸਰਕਾਰ ਦੇ ਕੰਮ ਕਰਨ ਵਾਲੇ ਤਾਂ ਦੋ ਆ, ਇੱਕ ਹੈਲਥ ਸਿਸਟਮ ਤੇ ਇੱਕ ਐਜੂਕੇਸ਼ਨ ਸਿਸਟਮ, ਉਹਦੇ ਨਾਲ ਅਸੀਂ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾ ਸਕਦੇ ਹਾਂ, ਉਹਦੇ ਨਾਲ ਇੰਡਸਟਰੀ ਜੋੜਨ ਦੀ ਜ਼ਰੂਰਤ ਹੈਗੀ ਆ, ਉਹਦੇ ਨਾਲ ਕਰਪਸ਼ਨ ਨੂੰ ਘਟਾਉਣ ਦੀ ਜ਼ਰੂਰਤ ਹੈਗੀ ਆ, ਬਿਹਤਰ ਐਡਮਿਨਿਸਟ੍ਰੇਸ਼ਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਸਾਡਾ ਜਿਹੜੀ ਮੈਜੋਰਿਟੀ ਪੈਸਾ ਹੈਗਾ ਉਹ ਇੰਪਲੋਈਜ਼ ਦੀਆਂ ਤਨਖਾਹਾਂ ਤੇ ਜਾਂਦਾ, 42,000 ਕਰੋੜ ਰੁਪਈਏ ਦੇ ਕਰੀਬ ਪੈਨਸ਼ਨ ਤੇ ਪੇ ਹੈਗੀ ਆ। ਕੀ ਉਨੀ ਡਿਲੀਵਰੀ ਹੋ ਰਹੀ ਆ? ਮੈਂ ਸਾਰੇ ਇੰਪਲੋਈਜ਼ ਦੀ ਗੱਲ ਨਹੀਂ ਕਰਦਾ, ਬਟ ਐਟ ਦਾ ਸੇਮ ਟਾਈਮ ਕਿਉਂਕਿ ਕਰਪਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਮੈਟਰ ਕਰਦੀਆਂ। ਇਹੋ ਜਿਹਾ ਮੈਨੀਫੈਸਟੋ ਹੋਣਾ ਚਾਹੀਦਾ। ਪਰ ਤੁਸੀਂ ਹੁਣ ਇਹ ਕਹੋਗੇ ਵੀ ਤੁਹਾਡੀ ਗੱਲ ਫਿਰ ਸੁਣੀ ਨਹੀਂ ਗਈ, ਕਿਉਂਕਿ ਇਹ ਤਾਂ ਮੈਨੀਫੈਸਟੋ ਕਮੇਟੀ ਨੇ ਦੇਖਣਾ ਵੀ ਹਾਂ ਵੀ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਲੈ ਕੇ ਆਉਣੀਆਂ, ਕਿਹੜੀਆਂ ਚੀਜ਼ਾਂ ਨਹੀਂ ਲੈ ਕੇ ਆਉਣੀਆਂ। ਐਜੂਕੇਸ਼ਨ ਦੀ ਗੱਲ ਕਰ ਰਹੇ ਹੋ, ਕਹਿੰਦੇ ਜੀ ਗੱਲਾਂ ਚੱਲਦੀਆਂ ਨੇ ਅਧਿਆਪਕ ਜਥੇਬੰਦੀਆਂ ਦੇ ਵਿੱਚ, ਕਹਿੰਦੇ ਜੀ ਪ੍ਰਗਟ ਸਿੰਘ ਹੋਰਾਂ ਨੇ ਸਿੱਖਿਆ ਵਿਭਾਗ ਜਿਹੜਾ ਕਿ ਸਿੱਖਿਆ ਮੰਤਰਾਲੇ ਕਹਿੰਦੇ ਮੰਗ ਕੇ ਲਿਆ, ਕਹਿੰਦੇ ਜੀ ਸਿੱਖਿਆ ਵਿਭਾਗ ਦਿੱਤਾ ਜਾਵੇ ਮੈਨੂੰ, ਇੱਕ ਸਿੱਖਿਆ ਤੇ ਇੱਕ ਖੇਡ ਵਿਭਾਗ, ਕਹਿੰਦੇ ਪਰ ਜਦੋਂ ਮੀਟਿੰਗਾਂ ਹੋਣੀਆਂ ਸ਼ੁਰੂ ਹੋਈਆਂ, ਕਿਉਂਕਿ ਤੁਸੀਂ ਵੀ ਚੰਡੀਗੜ੍ਹ ਆਉਣਾ ਜਾਣਾ ਲੱਗਿਆ ਰਹਿੰਦਾ ਸੀ, 111 ਦਿਨ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਚੰਡੀਗੜ੍ਹ ਰਹੇ, ਕਹਿੰਦੇ ਜਦੋਂ ਮੀਟਿੰਗਾਂ ਹੋਣੀਆਂ ਸ਼ੁਰੂ ਹੋਈਆਂ ਅਧਿਆਪਕ ਜਥੇਬੰਦੀਆਂ ਕਹਿੰਦੇ ਸਾਡੀ ਆਹ ਡਿਮਾਂਡ ਹੈ, ਭਰੋਸਾ ਮਿਲ ਜਾਏ ਕਰੇ ਮਸਲਾ ਹੱਲ ਹੋ ਜਾਏਗਾ, ਆਖਿਰਕਾਰ ਕਹਿੰਦੇ ਜਾ ਕੇ ਚੋਣ ਜਾਬਤਾ ਲੱਗ ਗਿਆ, ਮਸਲਾ ਹੱਲ ਨਹੀਂ ਹੋਇਆ। ਕਹਿੰਦੇ ਜੀ ਜਿਸ ਦਿਨ ਖਾਸ ਤੌਰ ਤੇ ਗੱਲ ਕੀਤੀ ਜਾਵੇ ਕੱਚੇ ਅਧਿਆਪਕਾਂ ਦੀ, ਤੁਹਾਡੇ ਵੱਲੋਂ ਮਸਲਾ ਹੱਲ ਹੋ ਗਿਆ, ਅੱਗੇ ਜਾ ਕੇ ਫਾਈਨਾਂਸ ਮਿਨਿਸਟਰ ਹੋਰਾਂ ਕੋਲ ਮਸਲਾ ਰੁਕ ਗਿਆ, ਕਹਿੰਦੇ 6600 ਵਾਧੇ ਤੇ ਪ੍ਰਗਟ ਸਿੰਘ ਜੀ ਮੰਨ ਗਏ, ਚਲੋ ਜੀ ਫਾਈਨਾਂਸ ਮਿਨਿਸਟਰ ਵੀ ਮੰਨ ਗਏ, ਰੁਕ ਗਿਆ ਕੰਮ। ਪੀਟੀਆਈ ਅਧਿਆਪਕ ਜੋ ਸੁਹਾਣੇ ਟੈਂਕੀ ਕੋਲ ਚੜੇ ਸਨ ਉਹ ਵੀ ਇਹ ਜਿਸ ਦਿਨ ਚੋਣ ਜਾਬਤਾ ਲੱਗਿਆ ਰੋ ਕੇ ਗਏ, ਕਹਿੰਦੇ ਜੀ ਮਸਲਾ ਸਾਡਾ ਕੋਈ ਹੱਲ ਨਹੀਂ। ਐਕਚੁਅਲੀ ਇੱਕ ਤਾਂ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਨਾ, ਜਿਹੜੇ ਤੁਸੀਂ ਲੋਕ ਆ, ਤੁਸੀਂ ਇਨ ਡੈਪਥ ਨਹੀਂ ਜਾਂਦੇ। ਆਪਣੇ ਕੋਲ 31,000 ਪੋਸਟਾਂ ਅੱਜ ਵੀ ਖਾਲੀ ਪਈਆਂ, 19,000 ਪੋਸਟਾਂ ਤੇ ਰੂਲਾਂ ਦੀ ਡਿਵਰਸ਼ਨ ਹੋਈ ਆ। ਆਪਾਂ ਕੀ ਕਰਦੇ ਹਾਂ, ਉਪਰੀ ਜੀ ਗੱਲ ਕਰਦੇ ਹਾਂ। ਆਪਣਾ ਨਹੀਂ ਫਰਜ਼ ਬਣਦਾ ਵੀ ਉਹਨੂੰ ਸਟੱਡੀ ਕਰਕੇ ਆਈਏ, ਆਪਣਾ ਨਹੀਂ ਫਰਜ਼ ਬਣਦਾ ਕਿ ਹਾਂ ਵੀ ਅਸੀਂ ਇੱਕ ਉੱਦਾਂ ਦੀ ਗੱਲ ਕਰੀਏ, ਕਿਉਂਕਿ 19,000 ਰੂਲਾਂ ਦੀ ਡਿਵਰਸ਼ਨ ਕਿਹਨੇ ਕਰਾਈ? ਕਿਉਂਕਿ ਤੁਸੀਂ ਵੀ ਸਮਝਦਾਰ ਹੋ, ਮੈਂ ਬਹੁਤ ਪੱਤਰਕਾਰਾਂ ਨੂੰ ਵੀ ਇਹ ਗੱਲ ਕਹੀ, ਐਂ ਕਰੋ ਤੁਸੀਂ ਮੇਰੇ ਕੋਲ ਬਿਠਾਲ ਦਿਓ, ਤੁਸੀਂ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੀਆਂ ਕਰਕੇ ਬਿਠਾਓ, ਤੁਸੀਂ ਵਿੱਚ ਪੈ ਜਾਓ, ਆਪਾਂ ਲੈਟ ਅਸ ਇਹਨੂੰ ਕਰੀਏ ਠੀਕ। ਮੈਂ ਤੁਹਾਨੂੰ ਵੀ ਸ਼ਾਇਦ ਕਿਤੇ ਕਿਹਾ ਹੋਣਾ, ਪੰਜਾਬ ਭਵਨ ਆਪਣੀ ਗੱਲ ਹੋਈ ਸੀਗੀ। ਦੂਸਰੀ ਗੱਲ, ਇੱਕ ਮੇਰੀ ਗੱਲ ਸੁਣ ਲਓ, ਇੱਕ ਬੰਦਾ ਟੈਂਕੀ ਤੇ ਚੜਿਆ, ਉਹਦੇ ਨੰਬਰ 21 ਆ, ਫਿਰ ਤੁਹਾਡੀ ਕੀ ਉੱਥੇ ਜਸਟੀਫਿਕੇਸ਼ਨ ਹੈ ਵੀ ਹਾਂ ਵੀ ਉਸ ਬੰਦੇ ਨੂੰ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ?
ਇੱਕ ਦੇਖੋ ਮੇਰੀ ਵੀ ਗੱਲ ਸੁਣ ਲਓ, ਕਿਉਂਕਿ ਤੁਸੀਂ ਉਸ ਐਂਗਲ ਨਾਲ, ਕਿਉਂਕਿ ਕਈ ਵਾਰੀ ਕੁਐਸਚਨਿੰਗ ਕਰਦੇ ਆ। 31,000 ਪੋਸਟਾਂ, ਮੈਂ 12,880 ਦਾ ਨਵਾਂ ਇਸ਼ਤਿਹਾਰ ਦਿੱਤਾ। ਮੈਂ ਇੱਕੋ ਗੱਲ ਤੇ ਜਿਹੜਾ ਹੈਗਾ ਸਭ ਤੋਂ ਵੱਧ ਸਟ੍ਰੈਸ ਕੀਤਾ, ਇਹ ਰੂਲ ਅੱਜ ਦੇ ਰੂਲਾਂ ਦੇ ਮੁਤਾਬਕ 31,000 ਬੰਦੇ ਦੀ ਬੱਚੇ ਦੀ ਭਰਤੀ ਕਰਾ ਲਈਏ, ਕਿਉਂਕਿ ਸਾਡੇ ਹੀ ਬੱਚੇ ਆ ਨਾ, ਨੌਕਰੀ ਚਾਹੀਦੀ ਆ। ਲੇਕਿਨ ਜੇ ਅਸੀਂ ਰੂਲਾਂ 'ਚ ਡਿਵਰਸ਼ਨ ਕਰਾ ਲਾਂਗੇ, ਫਿਰ ਉਹ ਅੱਜ 21 ਆ, ਇਹ 2011 ਦੇ ਸ਼ੁਰੂ ਹੋਏ ਆ, ਇਹ 31 ਵੀ ਆ ਜਾਊਗਾ, 41 ਵੀ ਆ ਜਾਊਗਾ। ਗੱਲ ਸਲਿਊਸ਼ਨ ਦੀ ਆ, ਕਿਉਂਕਿ 90 ਦਿਨਾਂ ਦੇ ਵਿੱਚ, ਕਿਉਂਕਿ ਜਿਹੜੀਆਂ ਚੀਜ਼ਾਂ ਕੋਰਟ ਦੇ ਵਿੱਚ ਹੈ, ਉਹ ਕੋਰਟ ਦੇ ਵਿੱਚ ਤਾਂ ਤੁਸੀਂ ਵੀ ਕੁਝ ਨਹੀਂ ਕਰ ਸਕਦੇ, ਮੈਂ ਵੀ ਨਹੀਂ ਕੁਝ ਕਰ ਸਕਦਾ, ਕਿਉਂਕਿ ਦੇਸ਼ ਦੀ ਜਿਹੜਾ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਆਪਾਂ ਨੂੰ ਤੁਰਨਾ ਪਊਗਾ। ਦੂਜਾ, ਨਵੀਆਂ ਜਿੰਨੀਆਂ ਚਾਹੀਦੀਆਂ ਸੀ, ਮੈਂ 2022 ਦਾ ਜੂਨ ਤੱਕ ਜਿੰਨੇ ਬੱਚੇ ਰਿਟਾਇਰ ਹੋਣੇ ਸੀ, ਮਤਲਬ ਟੀਚਰਸ ਰਿਟਾਇਰ ਹੋਣੇ ਸੀਗੇ, ਮੈਂ ਉਹਨਾਂ ਦਾ ਵੀ ਡਾਟਾ ਕਢਾ ਕੇ ਉਹ ਸਾਰੀਆਂ ਪੋਸਟਾਂ ਜਿਹੜੀਆਂ ਉਹ ਐਡਵਰਟਾਈਜ਼ ਕਰਤੀਆਂ। ਉਹਦੇ ਰੂਲ ਨਹੀਂ ਸੀ ਬਣੇ। ਰੂਲ ਮੈਂ ਕਿਹਾ ਬਾਅਦ 'ਚ ਬਣ ਜਾਣਗੇ, ਕਿਉਂਕਿ ਇਹ ਪ੍ਰੋਸੈਸ ਨਾ ਰੁਕੇ। ਦੇਖੋ, ਸਾਡੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ, ਮੈਂ ਕਿਹਾ ਵੀ ਪ੍ਰੋਸੈਸ ਸ਼ੁਰੂ ਹੋ ਜਾਵੇ ਤਾਂ ਕਿ ਉਹਦੇ ਤੇ ਕੋਡ ਆਫ ਕੰਡਕਟ ਦਾ ਜਿਹੜਾ ਉਹ ਨਾ ਲੱਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ 2000 ਫਿਜ਼ੀਕਲ ਐਜੂਕੇਸ਼ਨ ਟੀਚਰ ਦੀਆਂ ਪਹਿਲੀ ਵਾਰੀ ਭਰਤੀਆਂ ਹੋਈਆਂ, ਜਿਹੜੀਆਂ ਪ੍ਰੋਸੈਸ ਦੇ ਵਿੱਚ ਹੈਗੀਆਂ, ਔਰ 2000 ਬੱਚੇ ਲਈ ਮੈਂ ਈਵਨ ਕਿ ਟਾਈ ਅਪ ਸਾਊਥ ਅਫਰੀਕਾ ਦੇ ਜਿੰਨੇ ਬੈਸਟ ਟ੍ਰੇਨਰਸ ਹੈਗੇ ਆ, ਸੋ ਦੈਟ ਕਿ ਆਪਾਂ ਉਹਨੂੰ ਉਸ ਲੈਵਲ ਤੇ ਲੈ ਕੇ ਜਾਈਏ ਜਿਸ ਲੈਵਲ ਤੇ ਸਾਡੇ ਬੱਚਿਆਂ ਦੀ ਰਿਕੁਆਇਰਮੈਂਟ ਹੈ। ਮੈਨੂੰ ਯਾਦ ਹੈ ਪੰਜਾਬ ਭਵਨ ਆਪਣੀ ਗੱਲਬਾਤ ਹੋਈ ਸੀ ਕਿ ਪ੍ਰੈਸ ਕਾਨਫਰੰਸ ਦੇ ਦੌਰਾਨ ਤੁਸੀਂ ਕਿਹਾ ਸੀ ਕਿ ਜਥੇਬੰਦੀਆਂ ਦੀ ਮੀਟਿੰਗ ਕਰਵਾ ਦਿਓ, ਜਿਸ ਤਰ੍ਹਾਂ ਹੱਲ ਹੁੰਦਾ ਮੈਂ ਹੱਲ ਕਰ ਦਿਆਂਗਾ। ਤੁਸੀਂ ਮੀਟਿੰਗ ਵੀ ਕੀਤੀ, ਉਸੇ ਦਿਨ ਹੀ ਮੀਟਿੰਗ ਮੈਨੂੰ ਯਾਦ ਹੈ ਕੱਚੇ ਅਧਿਆਪਕ ਸਨ, ਮੀਟਿੰਗ ਹੋਈ ਹੈ। ਉਸ ਤੋਂ ਬਾਅਦ ਮਸਲਾ ਵੀ ਉਹਨਾਂ ਦਾ ਹੱਲ ਹੋਇਆ, ਕਿਉਂਕਿ ਉਹ ਪੱਕੇ ਨਹੀਂ ਹੋ ਸਕੇ, ਉਹਨਾਂ ਦੇ ਕੋਈ ਇਹ ਕਿਸੇ ਨਾ ਕਿਸੇ ਤਰੀਕੇ ਕਾਨੂੰਨੀ ਤਰੀਕੇ ਨਾਲ ਹੀ ਉਹ ਪੱਕੇ ਨਹੀਂ ਹੋ ਸਕਦੇ ਸੀ। ਉਹਨਾਂ ਦਾ ਮਸਲਾ ਹੱਲ ਹੋਇਆ। 6600 ਰੁਪਇਆ ਕਹਿੰਦੇ ਜੀ ਤਨਖਾਹ ਵਾਧਾ ਦਰ ਕਰ ਦਿੰਦੇ ਆ, ਉਹ ਡਨ ਹੋ ਗਿਆ। ਕਹਿੰਦੇ ਫਾਈਲ ਹੈ, ਸਾਰੀ ਫਾਈਲ ਨਿਕਲ ਗਈ, ਫਾਈਨਾਂਸ ਮਿਨਿਸਟਰ ਕੋਲ ਫਾਈਲ ਜਾਵੜੀ 18 ਦਸੰਬਰ ਦੀ ਫਾਈਲ ਗਈ ਹੈ, ਚੋਣ ਜਾਬਤਾ ਲੱਗ ਗਿਆ, ਫਾਈਲ ਨਿਕਲੀ ਹੋਈ। ਕੱਲ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ, ਕਹਿੰਦੇ ਜੀ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ, ਮੰਤਰੀ ਹੋਰਾਂ ਨੂੰ ਜਿਹੜਾ ਫੋਨ ਕਰ ਲਿਆ ਕੱਚੇ ਅਧਿਆਪਕ ਨੇ, ਕਹਿੰਦੇ ਜੀ ਅਸੀਂ ਤਾਂ ਕਾਂਗਰਸ ਨੂੰ ਠੋਕਾਂਗੇ। ਮੰਤਰੀ ਸਾਹਿਬ ਕਹਿੰਦੇ ਜੀ ਕਿ ਸਾਨੂੰ ਕਾਂਗਰਸ ਨੂੰ ਨਾ ਠੋਕੋ, ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਠੋਕੋ। ਨਹੀਂ, ਚਲੋ ਮੈਂ ਦੇਖੋ, ਹਰ ਬੰਦੇ ਦਾ ਇੱਕ ਆਪਣਾ ਨਜ਼ਰੀਆ ਹੈਗਾ, ਹਰ ਬੰਦੇ ਦਾ ਉਹਦਾ ਇੱਕ ਗੱਲ ਕਰਨ ਦਾ ਉਹਦਾ ਇੱਕ ਸਲੀਕਾ ਹੋਣਾ ਚਾਹੀਦਾ, ਕਿਉਂਕਿ ਮੈਨੂੰ ਪਤਾ ਮੇਰੀ ਜ਼ਿੰਮੇਵਾਰੀ। ਮੈਨੂੰ ਇਹਨਾਂ ਬੱਚਿਆਂ ਨੇ ਨਹੀਂ ਕਿਹਾ ਸੀਗਾ ਵੀ ਸਾਨੂੰ ਇੰਨੇ ਪੈਸੇ ਵਧਾ ਦਿਓ ਜਾਂ ਇੰਨੇ ਪੈਸੇ ਵਧਾ ਦਿਓ। ਇਹ ਤਾਂ 3000 ਦੀ ਗੱਲ ਕਰਦੇ ਸੀ, ਪਰ ਮੈਨੂੰ ਐ ਲੱਗਿਆ ਵੀ ਇਹ ਬਹੁਤ ਥੋੜ੍ਹੇ ਪੈਸੇ ਆ। ਮੈਂ 6600 ਰੁਪਈਆ ਆਪਣੇ ਵੱਲੋਂ ਰਿਕਮੈਂਡ ਕੀਤਾ ਸੀ, ਔਰ 5 ਤੋਂ 7% ਹਰ ਸਾਲ ਇਹਨਾਂ ਦੀ ਜਿਹੜੀ ਤਨਖਾਹ ਵਧਣੀ ਚਾਹੀਦੀ। ਜੇ ਬਾਕੀ ਮੁਲਾਜ਼ਮਾਂ ਦੀ ਵੱਧਦੀ ਆ ਤਾਂ ਇਹਨਾਂ ਦੀ ਕਿਉਂ ਨਹੀਂ ਵਧਣੀ ਚਾਹੀਦੀ? ਕਿਉਂਕਿ ਇੱਕ ਟੀਚਰ, ਮੈਨੂੰ ਨਹੀਂ ਲੱਗਦਾ ਉਹ ਕਿਸੇ ਕੈਟਾਗਰੀ ਦੇ ਵਿੱਚ ਵੀ ਹੋਵੇ, ਉਹ ਭਾਵੇਂ ਜਿਸ ਤਰ੍ਹਾਂ ਮਰਜ਼ੀ ਆ ਗਿਆ, ਪਰ ਉਹਨੂੰ 6 ਜਾਂ 6500 ਰੁਪਈਆ ਨਹੀਂ ਮਿਲਣਾ ਚਾਹੀਦਾ। ਘੱਟੋ ਘੱਟ 12-13,000 ਰੁਪਈਆ ਤਾਂ ਮਿਲੇ, ਤਾਂ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹ ਚਲਾ ਸਕੇ। ਮੰਨਦੇ ਹੋ ਤਨਖਾਹ ਤਾਂ ਘੱਟ ਸੀ ਨਾ, 5 ਸਾਲ ਸਰਕਾਰ ਦੇ ਵਿੱਚ ਜਦੋਂ ਉਹ ਰਹੇ, ਅਧਿਆਪਕ ਵੀ ਰਹੇ, ਤਾਂ 6500 ਰੁਪਏ ਤੇ ਗੁਜ਼ਾਰਾ ਕਰੀ ਜਾਂਦੇ। ਪਿਛਲੇ 18 ਸਾਲ ਤੋਂ ਤਨਖਾਹ ਤਾਂ ਘੱਟ ਸੀ। ਮੈਂ ਇਸ ਨਾਲ 200% ਸਹਿਮਤ ਹਾਂ। ਮੈਂ 2 ਇਸ਼ੂ ਇੱਦਾਂ ਦੇ ਸੀਗੇ। ਇੱਕ, ਸਾਡੇ 180 ਅਧਿਆਪਕ ਸੀ ਜਿਨ੍ਹਾਂ ਨੂੰ 2 ਤਰ੍ਹਾਂ ਦੀ 4500 ਦੀ ਭਰਤੀ ਹੋਈ, ਉਹਨਾਂ ਨੂੰ 180 ਨੂੰ ਘੱਟ ਤਨਖਾਹ ਮਿਲਦੀ ਆ। ਮੈਂ ਉਹਦੇ ਨਾਲ ਵੀ ਸਹਿਮਤ ਨਹੀਂ ਸੀ। ਮੈਂ ਜਿਹੜੇ ਇਹ 13,000 ਅਲੱਗ-ਅਲੱਗ ਕੈਟਾਗਰੀ ਦੇ ਅਧਿਆਪਕ ਸੀ, ਇਹ ਠੀਕ ਆ ਵੀ ਹਾਈ ਕੋਰਟ ਨੇ ਇਹ ਕਹਿ ਦਿੱਤਾ ਵੀ ਤੁਸੀਂ 50-50 ਕਰ ਦਿਓ, ਤਾਂ ਕਿ ਜਿਹੜਾ ਹੈਗਾ ਦੂਸਰਿਆਂ ਨੂੰ ਵੀ, ਓਪਨ ਕੈਟਾਗਰੀ ਨੂੰ ਵੀ ਚਾਂਸ ਮਿਲੇ, ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਆਲਰੇਡੀ ਸੀਗੇ ਉਹਨਾਂ ਨੂੰ ਵੀ ਚਾਂਸ ਮਿਲ ਜਾਵੇ। ਬਟ ਉਹਦੇ ਬਾਵਜੂਦ ਵੀ ਮੈਂ ਇਹਨਾਂ ਨੂੰ ਕਿਹਾ ਵੀ ਘੱਟੋ ਘੱਟ 6600 ਰੁਪਈਆ ਇਨਹਾਂਸ ਕਰੋ, ਅਤੇ ਉਹਦੇ ਨਾਲ 5 ਤੋਂ 7% ਹਰ ਸਾਲ ਜਿਹੜਾ ਉਹ ਵਧਾਓ। ਲੇਕਿਨ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਮੰਨ ਲਓ ਫਾਈਨਾਂਸ ਡਿਪਾਰਟਮੈਂਟ ਆ, ਉਹ ਕਿਸੇ ਹੋਰ ਬੰਦੇ ਕੋਲ ਹੈ। ਮੈਂ ਸਿਰਫ ਰਿਕਮੈਂਡੇਸ਼ਨ ਕਰ ਸਕਦਾ। ਸਾਡੀ ਜੋ ਵੀ ਰਿਕਮੈਂਡੇਸ਼ਨ ਹੁੰਦੀ ਆ, ਫਿਰ ਫਾਈਨਾਂਸ ਉਹਨੂੰ ਐਨਾਲਾਈਜ਼ ਕਰਦਾ ਵੀ ਅਸੀਂ ਇਹ ਕਿੱਥੋਂ ਦੇ ਸਕਾਂਗੇ, ਕਿੱਥੋਂ ਨਹੀਂ ਦੇ ਸਕਾਂਗੇ। ਸੋ ਇਹ ਜਿਹੜੀ ਸਮੱਸਿਆ ਹੈ। ਸਿਆਸਤ ਦੇ ਹੋਣੇ, ਚਲੋ 2022 ਦੀ ਸਿਆਸਤ ਤੇ ਫਿਰ ਮੁੜ ਕੇ ਆਉਣੇ ਆ। 2022 ਦੀਆਂ ਵਿਧਾਨ ਸਭਾ ਚੋਣਾਂ ਨੇ ਪਹਿਲੀ ਲਿਸਟ ਜਾਰੀ ਹੋ ਚੁੱਕੀ, ਦੂਜੀ ਲਿਸਟ ਵੀ ਮੈਨੂੰ ਲੱਗਦਾ ਇੱਕ ਮੰਤਰੀ ਦਾ ਚਿਹਰਾ ਕੌਣ ਹੋਊਗਾ 2022 ਦੀਆਂ ਚੋਣਾਂ ਵਿੱਚ? ਕੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ, ਜਾਂ ਇਸ ਵਾਰ ਨਵਜੋਤ ਸਿੰਘ ਸਿੱਧੂ? ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕਰੀਬੀ ਤੁਸੀਂ ਹੋ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੀ ਕਰੀਬੀ ਹੋ। ਦੇਖੋ, ਮੈਂ ਲੌਜੀਕਲ ਗੱਲ ਕਰਦਾ। ਅੱਜ ਸਾਡੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਆ। ਮੈਨੂੰ ਲੱਗਦਾ ਕਲੈਕਟਿਵ ਲੀਡਰਸ਼ਿਪ, ਕਿਉਂਕਿ ਅਸੀਂ ਕੀ ਕਰਦੇ ਹਾਂ, ਅਸੀਂ ਇੱਕ ਬੰਦੇ ਨੂੰ ਡੈਮੀ ਗੋਡ ਬਣਾ ਦਿੰਦੇ ਹਾਂ, ਉਹਨੂੰ ਐਡਾ ਕੁ ਵੱਡਾ ਕਰ ਦਿੰਦੇ ਹਾਂ, ਲਾਰਜਰ ਦੈਨ ਲਾਈਫ ਬਣਾ ਦਿੰਦੇ ਹਾਂ। ਹੀ ਇਜ਼ ਵਨ ਆਫ ਦਾ MLAs ਐਂਡ ਵਨ ਆਫ ਦਾ ਮਿਨਿਸਟਰਸ।
ਪੰਜਾਬ ਨੂੰ ਚੀਫ ਮਿਨਿਸਟਰੀ ਐਂਗਲ ਤੋਂ ਬਹੁਤ ਵਾਰੀ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ। ਮੈਂ ਤਾਂ ਟੀਮ ਖਿਡਾਰੀ ਹਾਂ, ਕਿਉਂਕਿ ਟੀਮ ਦੇ ਵਿੱਚ ਕਹੀਏ ਕਿ ਕੋਈ ਇੱਕ ਬੰਦਾ, ਮੰਨ ਲਓ ਪਿਛਲੀ ਇਲੈਕਸ਼ਨ ਦੇ ਵਿੱਚ ਮੋਦੀ, ਅਸੀਂ ਲਾਰਜਰ ਦੈਨ ਲਾਈਫ ਦੇ ਨਾਲ ਲੜਨਾ ਚਾਹੀਦਾ ਔਰ ਕਲੈਕਟਿਵ ਲੀਡਰ ਦੇ ਨਾਲ ਹੀ ਗਾਂਹ ਵਧਣਾ ਚਾਹੀਦਾ। ਇੰਨਾ ਪੈਂਦੇ ਆ ਵੀ ਤੁਸੀਂ ਫਲਾਣੇ ਨਾਲ ਚੱਲੋਗੇ ਕਿ ਫਲਾਣੇ ਨਾਲ ਚੱਲੋਗੇ, ਗੱਲ ਫਲਾਣੇ ਨਾਲ ਜਾਂ ਫਲਾਣੇ ਨਾਲ ਚੱਲਣ ਦੀ ਗੱਲ ਨਹੀਂ ਹੈ। ਗੱਲ ਤਾਂ ਉੱਥੇ ਪੂਰੀ ਮੀਟਿੰਗ ਦੇ ਵਿੱਚ ਡਿਸਕਸ਼ਨ ਦੀ ਗੱਲ ਹੈ। ਡਿਸਕਸ ਕਰਕੇ ਜਿਹੜੀਆਂ ਚੰਗੀਆਂ ਚੀਜ਼ਾਂ, ਜੇ ਕੋਈ ਸੀਐਮ ਵੀ ਮਤਾ ਲੈ ਕੇ ਆਉਂਦਾ, ਜ਼ਰੂਰੀ ਥੋੜ੍ਹੀ ਆ ਕਿ ਉਹ ਮਤਾ ਪਾਸ ਹੋਣਾ ਚਾਹੀਦਾ, ਉਹ ਕਿਸੇ ਇੱਕ ਮਾਈਂਡ ਨਾਲ ਆਇਆ ਹੋਊਗਾ। ਆਪਾਂ ਮੀਟਿੰਗ ਕਿਉਂ ਕਰਦੇ ਹਾਂ? ਮੀਟਿੰਗ ਇਸ ਕਰਕੇ ਕਰਦੇ ਹਾਂ ਵੀ ਉਹਦੇ ਵਿੱਚ ਅਲੱਗ-ਅਲੱਗ ਮਾਈਂਡਸ ਦੇ ਵਿੱਚੋਂ ਨਿਕਲ ਕੇ ਚੰਗੀ ਚੀਜ਼ ਜਿਹੜੀ ਆ ਉਹ ਸਾਹਮਣੇ ਆ ਸਕੇ। ਮੇਰਾ ਆਖਰੀ ਸਵਾਲ ਆ, ਹੁਣ ਇਹ ਤੁਸੀਂ ਕਿਹਾ ਕਿ ਇੱਕ ਟੀਮ ਲੀਡਰ ਹੁੰਦਾ ਹੈ, ਗੋਲ ਕਰਨਾ ਹੁੰਦਾ ਹੈ, ਠੀਕ ਹੈ। ਤੁਸੀਂ ਵੀ ਜਲੰਧਰ ਦੇ ਵਿੱਚ ਇੱਕ, ਮੈਂ ਕਹਿ ਸਕਦਾ, ਹਾਕੀ ਲੈ ਕੇ ਚੋਣ ਮੈਦਾਨ ਦੇ ਵਿੱਚ ਨਿੱਤਰ ਚੁੱਕੇ ਹੋ, ਕਿਉਂਕਿ ਤੁਸੀਂ ਪਹਿਲਾਂ ਹਾਕੀ ਦੇ ਖਿਡਾਰੀ ਰਹੇ ਹੋ। ਅੱਗੇ 2022 ਦੀਆਂ ਚੋਣਾਂ ਨੇ, ਗੋਲ ਕਰਨਾ ਹੈ। ਕੰਪੀਟੀਸ਼ਨ ਕਿਹੜੀ ਪਾਰਟੀ ਨਾਲ ਹੈ? ਅਕਾਲੀ ਦਲ ਨਾਲ ਹੈ, ਆਮ ਆਦਮੀ ਪਾਰਟੀ ਨਾਲ? ਕਿਹੜੀ ਪਾਰਟੀ ਨਾਲ ਕੰਪੀਟੀਸ਼ਨ ਜ਼ਿਆਦਾ ਹੈ? ਮੈਨੂੰ ਲੱਗਦਾ ਨਹੀਂ ਹੈ ਕਿਸੇ ਨਾਲ ਕੰਪੀਟੀਸ਼ਨ ਹੈ ਮੇਰਾ, ਮੈਨੂੰ ਨਹੀਂ ਲੱਗਦਾ, ਸੱਚੀ ਗੱਲ ਹੈ। ਪਤਾ ਨਹੀਂ ਕਿਉਂ ਨਹੀਂ ਲੱਗਦਾ ਮੈਨੂੰ, ਕਿਤੇ ਗੱਟ ਫੀਲਿੰਗ ਆਉਂਦੀ ਹੁੰਦੀ ਆ ਵੀ ਯਾਰ ਸ਼ਾਇਦ ਪਿਛਲੀ ਵਾਰੀ ਨਾਲੋਂ ਵੀ ਲੀਡ ਇਸ ਵਾਰੀ ਵੱਧ ਆਵੇ। ਬਹੁਤ ਬਹੁਤ ਧੰਨਵਾਦ। ਸਿੱਖਿਆ ਮੰਤਰੀ ਤੇ ਖੇਡ ਮੰਤਰੀ ਪ੍ਰਗਟ ਸਿੰਘ ਜੀ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਕੰਪੀਟੀਸ਼ਨ ਕਿਸੇ ਨਾਲ ਨਹੀਂ ਅਤੇ ਵਿਕਾਸ ਦੇ ਮੁੱਦੇ ਨੂੰ ਲੈ ਕੇ, ਜੋ 10 ਸਾਲ ਜਲੰਧਰ ਕੈਂਟ ਦੇ ਵਿੱਚ ਵਿਕਾਸ ਹੋਇਆ, ਉਸ ਮੁੱਦੇ ਨੂੰ ਲੈ ਕੇ ਜਿਹੜਾ ਕਿ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਅਤੇ ਪਿਛਲੀ ਵਾਰੀ ਨਾਲੋਂ ਵੱਧ ਜਿਹੜੀ ਕਿ ਵੋਟਾਂ ਦੀ ਲੀਡ ਲੈ ਕੇ ਇਸ ਵਾਰ ਜਿੱਤਣਗੇ। ਕੈਮਰਾਮੈਨ ਤੇਜਿੰਦਰ ਦੇ ਨਾਲ ਕਮਲਦੀਪ, ਲਿਵ ਇੰਡੀਆ ਨਿਊਜ਼, ਜਲੰਧਰ।